ਤਾਂ ਸਤਿ ਸ੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਸਾਡੇ ਚੈਨਲ JP ਅਪਡੇਟ ਦੇ ਵਿੱਚ। ਲੈ ਕੇ ਆ ਚੁੱਕੇ ਹਾਂ ਤੁਹਾਡੇ ਲਈ 9ਵੀਂ ਜਮਾਤ ਦਾ ਕਾਵਿ ਭਾਗ ਨਵੀਂ ਪੁਰਾਣੀ ਤਹਿਜੀਬ, ਜੋ ਕਿ ਵਿਧਾਤਾ ਸਿੰਘ ਤੀਰ ਜੀ ਨੇ ਲਿਖੀ ਹੋਈ ਹੈ। ਤਾਂ ਇਹਨਾਂ ਦੇ ਆਪਾਂ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ, ਠੀਕ ਹੈ। ਤਾਂ ਮੈਂ ਪੜ੍ਹ ਰਿਹਾ, ਤੁਸੀਂ ਧਿਆਨ ਨਾਲ ਸੁਣਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਜੇ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ, ਤੇ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਕਿ ਉਹ ਵੀ ਇਹ ਵੀਡੀਓ ਆਪਣੀ ਦੇਖ ਸਕਣ, ਕਿ ਉਹਨਾਂ ਨੂੰ ਵੀ ਇੱਕ ਵਾਰ ਰਿਵੀਜ਼ਨ ਹੋ ਸਕੇ, ਠੀਕ ਹੈ। ਤਾਂ ਕਰਨੇ ਆਪਾਂ ਸ਼ੁਰੂ। ਪਹਿਲਾਂ ਆਪਣੇ ਕੋਲ ਆ ਗਿਆ, ਹੱਥ ਵੇਲਾ ਨਹੀਂ ਆਉਂਦਾ, ਹੱਥੋਂ ਜੋ ਗਵਾਚ ਗਿਆ ਉਹ ਜੋਬਨ ਨਹੀਂ ਮੁੜਦਾ, ਜੋ ਪੱਤਰਾ ਵਾਚ ਗਿਆ। ਪਾਣੀ ਦਰਿਆ ਦੇ ਇੱਕ ਵਾਰ ਜੋ ਵਹਿ ਗਏ ਹਨ, ਪਰਤਨ ਨਾ ਪਤਨਾ ਤੇ ਇਹ ਦਾਨੇ ਕਹਿ ਗਏ ਹਨ। ਤਦਬੀਰ ਲਿਆਵੇ ਕਿਵੇਂ ਤਕਦੀਰ ਜੋ ਲੈ ਗਈ ਹੈ, ਗੱਲਾਂ ਹਨ ਚੱਲੀਆਂ ਤਾਂ ਗੱਲ ਕਰਨੀ ਪੈ ਗਈ ਹੈ, ਠੀਕ ਹੈ। ਆਪਾਂ ਨੇ ਅੱਗੇ ਆਪਣੇ ਕੋਲ ਆ ਕੇ ਇਹਦੀ ਪ੍ਰਸੰਗ ਸਹਿਤ ਵਿਆਖਿਆ। ਤਾਂ ਪ੍ਰਸੰਗ ਇਹ ਕਾਵਿ ਟੋਟਾ 9ਵੀਂ ਜਮਾਤ ਦੀ ਸਾਹਿਤਮਾਲਾ ਨੂੰ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਤੀਰ ਦੀ ਲਿਖੀ ਹੋਈ ਕਵਿਤਾ ਨਵੀਂ ਪੁਰਾਣੀ ਤਹਿਜੀਬ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਭਾਰਤੀ ਦੁਆਰਾ ਪੁਰਾਤਨ ਸੱਭਿਅਤਾ ਦੀ ਥਾਂ ਨਵੀਂ ਪੱਛਮੀ ਸੱਭਿਅਤਾ ਨੂੰ ਅਪਣਾਉਣ ਤੇ ਵਿਅੰਗ ਕੱਸਦਿਆਂ ਆਪਣੇ ਦੁੱਖ ਨੂੰ ਪ੍ਰਗਟਾਇਆ ਹੈ। ਇਹਨਾਂ ਸਤਰਾਂ ਵਿੱਚ ਕਵੀ ਗੁਆਚ ਗਈ ਪੁਰਾਣੀ ਸੱਭਿਅਤਾ ਲਈ ਦੁੱਖ ਦੇ ਭਾਵ ਪ੍ਰਗਟ ਕਰਦਾ ਹੈ। ਤਾਂ ਆਪਾਂ ਨੇ ਪ੍ਰਸੰਗ ਤਾਂ ਕਰ ਲਈ, ਅੱਗੇ ਆਪਣੇ ਕੋਲ ਆ ਗਈ ਦੀ ਵਿਆਖਿਆ ਆਪਾਂ ਕਰਨੇ। ਕਵੀ ਕਹਿੰਦਾ ਹੈ ਕਿ ਜਿਹੜਾ ਵਕਤ ਇੱਕ ਵਾਰ ਹੱਥੋਂ ਚਲਾ ਜਾਵੇ ਅਤੇ ਜਵਾਨੀ ਚਲੀ ਜਾਵੇ ਤਾਂ ਉਹ ਵਾਪਸ ਨਹੀਂ ਆਉਂਦੀ। ਸਿਆਣਿਆਂ ਦੀ ਕਹੀ ਗੱਲ ਬਿਲਕੁਲ ਸਹੀ ਹੈ ਕਿ ਦਰਿਆਵਾਂ ਦੇ ਜਿਹੜੇ ਪਾਣੀ ਵਗਦੇ ਹੋਏ ਇੱਕ ਵਾਰੀ ਜਿਨ੍ਹਾਂ ਪੱਤਣਾਂ ਉੱਤੇ ਲੰਘ ਜਾਂਦੇ ਹਨ, ਉਹ ਵਾਪਸ ਮੁੜ ਕੇ ਉਹਨਾਂ ਪੱਤਣਾਂ ਉੱਤੇ ਕਦੇ ਨਹੀਂ ਆਉਂਦੇ। ਜਿਹੜੀ ਚੀਜ਼ ਕਿਸਮਤ ਸਾਡੇ ਤੋਂ ਖੋਹ ਕੇ ਲੈ ਜਾਵੇ, ਉਸ ਨੂੰ ਅਸੀਂ ਕੋਈ ਵੀ ਢੰਗ ਤਰੀਕਾ ਅਪਣਾ ਕੇ ਵਾਪਸ ਨਹੀਂ ਲਿਆ ਸਕਦੇ। ਇਸ ਲਈ ਸਾਡੀ ਪੁਰਾਣੀ ਸੱਭਿਅਤਾ ਜੋ ਸਾਡੇ ਤੋਂ ਗਈ ਹੈ, ਉਹ ਵਾਪਸ ਨਹੀਂ ਆ ਸਕਦੀ। ਸੱਭਿਅਤਾ ਬਾਰੇ ਗੱਲਾਂ ਚੱਲਣ ਕਰਕੇ ਹੀ ਇਹ ਗੱਲ ਕਹਿਣ ਦੀ ਲੋੜ ਮਹਿਸੂਸ ਹੋਈ। ਤਾਂ ਅੱਗੇ ਆਪਣੇ ਕੋਲ ਆ ਗਿਆ ਜੋ ਕਿ ਊੜਾ ਤਾਂ ਆਪਾਂ ਨੇ ਕਰ ਲਿਆ। ਤਹਿਜੀਬ ਗਵਾਹੀ ਨਹੀਂ, ਅਸਾਂ ਅਕਲ ਗਵਾਈ ਲਈ ਹੈ, ਕਪਲਾ ਗਊ ਦੇ ਕੇ ਘਰੋਂ ਇੱਕ ਖੋਤੀ ਵਟਾ ਲਈ ਹੈ। ਤੇ ਦੂਜੀ ਲਾਈਨ ਆ ਗਈ ਆਪਣੇ ਕੋਲ, ਦੁੱਧ ਪੀਣੋਂ ਰਹਿ ਗਏ ਹਾਂ, ਲਿੱਧ ਝੋਲੀ ਪਾ ਲਈ ਹੈ, ਕੀ ਲਈ ਤਹਿਜੀਬ ਨਵੀਂ, ਗੱਲ ਜ਼ਹਿਮਤ ਪਾ ਲਈ ਹੈ। ਜੇ ਇਹ ਵੀ ਕਹਿ ਦਈਏ ਮਾਸਾ ਨਹੀਂ ਝੁੱਟ ਕੋਈ, ਰਿਸ਼ੀਆਂ ਦੇ ਚੱਕੇ ਵਿੱਚ ਪੱਛਮ ਦੀ ਜੁੱਟ ਕੋਈ, ਆਈ ਅੱਗ ਲੈਣ ਲਈ ਆ ਕੇ ਕਰ ਪਾ ਬੈਠੀ, ਭਾਰਤ ਦਾ ਸਾਊ ਪੂਣਾ ਸਭ ਚੀਨ ਕੇ ਖਾਂ ਬੈਠੀ। ਤਾਂ ਅੱਗੇ ਆਪਾਂ ਕਰਨੇ ਆ ਪ੍ਰਸੰਗ ਸਹਿਤ ਵਿਆਖਿਆ। ਪ੍ਰਸੰਗ ਆਪਣੇ ਕੋਲ ਪਹਿਲਾਂ, ਇਹ ਕਾਵਿ ਟੋਟਨ ਪੰਜਾਬੀ ਦੀ ਸਾਹਿਤਮਾਲਾ ਨੂੰ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਤੀਰ ਦੀ ਲਿਖੀ ਹੋਈ ਕਵਿਤਾ ਨਵੀਂ ਪੁਰਾਣੀ ਤਹਿਜੀਬ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਭਾਰਤੀਆਂ ਦੁਆਰਾ ਪੁਰਾਤਨ ਸੱਭਿਅਤਾ ਦੀ ਥਾਂ ਨਵੀਂ ਪੱਛਮੀ ਸੱਭਿਅਤਾ ਨੂੰ ਅਪਣਾਉਣ ਤੇ ਵਿਅੰਗ ਕੱਸਦਿਆਂ ਆਪਣੇ ਦੁੱਖ ਨੂੰ ਪ੍ਰਗਟਾਇਆ ਹੈ। ਇਹਨਾਂ ਸਤਰਾਂ ਵਿੱਚ ਕਵੀ ਲਿਖਦਾ ਕਿ ਅਸੀਂ ਕੀਮਤੀ ਚੀਜ਼ ਗੁਆ ਕੇ ਜ਼ਹਿਮਤ ਖੱਟ ਲਈ ਹੈ। ਤਾਂ ਇਹਦੀ ਆਪਾਂ ਨੇ ਪ੍ਰਸੰਗ ਕਰ ਲਈ, ਅੱਗੇ ਆਪਣੇ ਕੋਲ ਆ ਗਈ ਇਹਦੀ ਵਿਆਖਿਆ।
ਵਿਆਖਿਆ ਆ ਗਈ। ਕਵੀ ਆਖਦਾ ਹੈ ਕਿ ਅਸੀਂ ਭਾਰਤੀ ਲੋਕਾਂ ਨੇ ਕੇਵਲ ਆਪਣੀ ਪੁਰਾਣੀ ਸਭਿਅਤਾ ਨੂੰ ਹੀ ਨਹੀਂ ਗਵਾਇਆ, ਸਗੋਂ ਨਵੀਂ ਪੱਛਮੀ ਸਭਿਅਤਾ ਨੂੰ ਅਪਣਾ ਕੇ ਲੱਗਦਾ ਅਸੀਂ ਅਕਲ ਵੀ ਗਵਾ ਲਈ ਹੈ। ਸਾਡੀ ਆਪਣੀ ਸਭਿਅਤਾ ਜੋ ਪਹਿਲਾਂ ਗਊ ਵਰਗੀ ਸੀ, ਜਿਸ ਦੀ ਥਾਂ ਅਸੀਂ ਖੇਤੀ ਵਰਗੀ ਨਵੀਂ ਸਭਿਅਤਾ ਨੂੰ ਅਪਣਾਇਆ ਹੈ। ਇਸ ਤਰ੍ਹਾਂ ਕਰਕੇ ਅਸੀਂ ਗਊ ਦਾ ਦੁੱਧ ਪੀਣ ਦੀ ਥਾਂ 'ਤੇ ਖੋਤੀ 'ਤੇ ਲਿੱਦ ਚੁੱਕ ਰਹੇ ਹਾਂ। ਇਹ ਨਵੀਂ ਪੱਛਮੀ ਸਭਿਅਤਾ ਨੂੰ ਅਪਣਾ ਕੇ ਤਾਂ ਅਸੀਂ ਬਿਮਾਰੀ ਨੂੰ ਗਲ ਪਾ ਲਿਆ ਹੈ। ਇਹ ਗੱਲ ਕਹਿਣ ਵਿੱਚ ਵੀ ਬਿਲਕੁਲ ਝੂਠ ਨਹੀਂ ਕਿ ਅਸੀਂ ਰਿਸ਼ੀਆਂ ਦੇ ਪਵਿੱਤਰ ਜੱਗੇ ਵਰਗੇ ਭਾਰਤ ਦੇਸ਼ ਵਿੱਚ ਪੱਛਮ ਦੇ ਜੁੱਠ ਨੂੰ ਪਾ ਦਿੱਤਾ ਹੈ। ਇਹ ਪੱਛਮੀ ਲੋਕ ਭਾਰਤ ਵਿੱਚ ਵਪਾਰ ਕਰਨ ਲਈ ਆਏ ਸਨ, ਪਰ ਇਹਨਾਂ ਨੇ ਤਾਂ ਭਾਰਤ ਉੱਪਰ ਕਬਜ਼ਾ ਹੀ ਕਰ ਲਿਆ ਸੀ। ਇਹ ਭਾਰਤ ਦਾ ਸਾਊਪੁਣ ਹੀ ਸੀ ਕਿ ਇਹਨਾਂ ਪੱਛਮੀਆਂ ਨੂੰ ਵਪਾਰ ਕਰਨ ਦਾ ਮੌਕਾ ਦਿੱਤਾ, ਪਰ ਇਹਨਾਂ ਨੇ ਇਸ ਸਾਊਪੁਣੇ ਦਾ ਫਾਇਦਾ ਉਠਾ ਕੇ ਇੱਥੇ ਕਬਜ਼ਾ ਕਰ ਲਿਆ ਅਤੇ ਆਪਣੀ ਸਭਿਅਤਾ ਨੂੰ ਭਾਰਤੀਆਂ ਦੇ ਗਲ ਪਾ ਦਿੱਤਾ। ਤਾਂ ਆਪਾਂ ਨੇ ਇਹਦੀ ਵਿਆਖਿਆ ਵੀ ਕਰ ਲਈ। ਤਾਂ ਆਪਣੇ ਕੋਲ ਐੜਾ ਜੋ ਕਿ ਹੋ ਗਿਆ ਊੜਾ ਤੇ ਐੜਾ, ਅੱਗੇ ਆਪਣੇ ਕੋਲ ਆ ਗਿਆ ਤੀਜਾ, ਈੜੀ ਤੀਜਾ ਆ ਗਿਆ। ਜੋ ਅੱਜ ਤੱਕ ਨਹੀਂ ਆਖੀ ਉਹ ਆਖੀ ਜਾਣੀ ਹੈ। ਉਹ ਦੁੱਧ ਸੀ ਬਰਕਤ ਦਾ, ਇਹ ਫੁੱਟ ਦਾ ਪਾਣੀ ਹੈ। ਉਹ ਜੀਵਨ ਦਿੰਦੀ ਸੀ, ਇਹ ਜੀਵਨ ਲੈਂਦੀ ਹੈ। ਉਹ ਖਾਣ ਨੂੰ ਦਿੰਦੀ ਸੀ, ਇਹ ਖਾਣ ਨੂੰ ਪੈਂਦੀ ਹੈ। ਉਹ ਬਾਂਹ ਬਣਾਉਂਦੀ ਸੀ, ਇਹ ਬਾਹਾਂ ਭੰਨਦੀ ਹੈ। ਉਹ ਭੋਲੀ ਭਾਲੀ ਸੀ, ਇਹ ਚੰਚਲ ਮਨ ਦੀ ਹੈ। ਉਹ ਵੀਰ ਮਨਾਉਂਦੀ ਸੀ, ਇਹ ਵੀਰ ਲੜਾਉਂਦੀ ਹੈ। ਉਹ ਛਾਵੇਂ ਸੁੱਟਦੀ ਸੀ, ਇਹ ਸੁੱਕਣੇ ਪਾਉਂਦੀ ਹੈ। ਉਸ ਵਿੱਚ ਇੱਕ ਕਰਦਾ ਸੀ, ਸਭ ਟੱਬਰ ਖਾਂਦਾ ਸੀ ਸਮੇਂ ਆਜ਼ਾਦੀ ਦੇ ਹਿੰਦ ਢੋਲੇ ਗਾਉਂਦਾ ਸੀ। ਇਹ ਬਹੁਤ ਹੀ ਵਧੀਆ ਕਵਿਤਾ। ਤਾਂ ਆਪਾਂ ਇਹਦੀ ਪ੍ਰਸੰਗ ਕਰਨੇ ਆ। ਇਹ ਕਾਵਿ ਟੋਟਾ 9ਵੀਂ ਜਮਾਤ ਦੀ ਸਾਹਿਤਮਾਲਾ 9 ਦਾ ਮਤਲਬ ਕਿ 9ਵੀਂ ਤਾਂ ਇਹਨਾਂ ਨੇ ਛੋਟ 'ਚ ਲਿਖਤਾ। ਇਹ 9 ਪੁਸਤਕ ਵਿੱਚੋਂ ਦਰਜ ਵਿਦਾਤਾ ਸਿੰਘ ਧੀਰ ਦੀ ਲਿਖੀ ਹੋਈ ਕਵਿਤਾ ਨਵੀਂ ਪੁਰਾਣੀ ਤਹਿਜੀਬ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਭਾਰਤੀਆਂ ਦੁਆਰਾ ਪੁਰਾਤਨ ਸਭਿਅਤਾ ਦੀ ਥਾਂ ਨਵੀਂ ਪੱਛਮੀ ਸਭਿਅਤਾ ਨੂੰ ਅਪਣਾਉਣ ਦੇ ਵਿਅੰਗ ਕੱਸਦਿਆਂ ਆਪਣੇ ਦੁੱਖ ਨੂੰ ਪ੍ਰਗਟਾਇਆ ਹੈ। ਇਹਨਾਂ ਸਤਰਾਂ ਵਿੱਚ ਕਵੀ ਅਮੀਰ ਪੁਰਾਣੀ ਸਭਿਅਤਾ ਦੀਆਂ ਵਿਸ਼ੇਸ਼ਤਾਵਾਂ ਦੱਸਦਾ ਹੈ। ਤਾਂ ਆਪਾਂ ਨੇ ਇਹਦੀ ਪ੍ਰਸੰਗ ਕਰ ਲਈ ਈੜੀ ਦੀ, ਜੋ ਕਿ ਤੀਜਾ। ਅੱਗੇ ਆਪਣੇ ਕੋਲ ਆ ਗਈ ਵਿਆਖਿਆ। ਆ ਗਈ ਆਪਣੇ ਕੋਲ। ਕਵੀ ਕਹਿੰਦਾ ਹੈ ਕਿ ਇਸ ਪੱਛਮੀ ਸਭਿਅਤਾ ਦੇ ਬਾਰੇ ਜੋ ਗੱਲ ਕਦੇ ਨਹੀਂ ਕਹੀ ਗਈ, ਉਹ ਹੁਣ ਆਖੀ ਜਾ ਰਹੀ ਹੈ ਕਿ ਪੁਰਾਣੀ ਸਭਿਅਤਾ ਦੁੱਧ ਵਾਂਗ ਗੁਣਕਾਰੀ ਸੀ, ਪਰ ਨਵੀਂ ਸਭਿਅਤਾ ਅਜਿਹਾ ਪਾਣੀ ਹੈ ਜਿਸ ਨੂੰ ਪੀਣ ਨਾਲ ਇਨਸਾਨੀਅਤ ਵਿੱਚ ਫੁੱਟ ਪੈ ਰਹੀ ਹੈ। ਪੁਰਾਣੀ ਸਭਿਅਤਾ ਸਾਨੂੰ ਖੁਸ਼ੀਆਂ ਭਰਿਆ ਜੀਵਨ ਅਤੇ ਬਹੁਤ ਸਾਰੀਆਂ ਦਾਤਾਂ ਖਾਣ ਲਈ ਦਿੰਦੀ ਹੈ। ਪੁਰਾਣੀ ਸਭਿਅਤਾ ਸਾਨੂੰ ਖੁਸ਼ੀਆਂ ਭਰਿਆ ਜੀਵਨ ਅਤੇ ਬਹੁਤ ਸਾਰੀਆਂ ਦਾਤਾਂ ਖਾਣ ਲਈ ਦਿੰਦੀ ਸੀ, ਪਰ ਇਹ ਨਵੀਂ ਸਭਿਅਤਾ ਜੀਵਨ ਖੋਹ ਕੇ ਵੀ ਖਾਣ ਨੂੰ ਪੈਂਦੀ ਹੈ। ਉਸ ਵਿੱਚ ਪਰਾਏ ਵੀ ਆਪਣੇ ਭਰਾਵਾਂ ਵਾਂਗ ਹੁੰਦੇ ਸਨ, ਪਰ ਇਹ ਭਰਾਵਾਂ ਨੂੰ ਵੀ ਆਪਸ ਵਿੱਚ ਲੜਾ ਦਿੰਦੀ ਹੈ। ਉਹ ਭੋਲੀ ਭਾਲੀ ਇਕਸਰਤਾ ਭਰਪੂਰ ਸੀ, ਪਰ ਇਹ ਚੰਚਲ ਅਤੇ ਅਸਥਿਰ ਹੈ। ਉਹ ਸਭਿਅਤਾ ਰੁੱਸੇ ਹੋਏ ਭਰਾਵਾਂ ਨੂੰ ਵੀ ਮਨਾ ਲੈਂਦੀ ਸੀ, ਪਰੰਤੂ ਇਹ ਸਕੇ ਭਰਾਵਾਂ ਨੂੰ ਆਪਸ ਵਿੱਚ ਲੜਾ ਦਿੰਦੀ ਹੈ।
ਉਹ ਮਨੁੱਖ ਨੂੰ ਦੁੱਖਾਂ ਤਕਲੀਫਾਂ ਦੀ ਥਾਂ ਠੰਡੀ ਛਾਂ ਵਰਗਾ ਸੁੱਖ ਦਿੰਦੀ ਸੀ, ਪਰ ਇਹ ਦੁੱਖਾਂ ਦੀ ਧੁੱਪ ਵਿੱਚ ਸੁੱਕਣੇ ਪਾਉਂਦੀ ਹੈ। ਉਸ ਸਮੇਂ ਪਰਿਵਾਰ ਵਿੱਚ ਇੱਕ ਮੈਂਬਰ ਕਮਾਈ ਕਰਦਾ ਸੀ ਅਤੇ ਬਾਕੀ ਸਾਰਾ ਪਰਿਵਾਰ ਬੈਠ ਕੇ ਖਾਂਦਾ ਸੀ। ਆਜ਼ਾਦੀ ਦੇ ਸਮੇਂ ਹਰ ਹਿੰਦੁਸਤਾਨੀ ਖੁਸ਼ੀ ਜੀਵਨ ਬਤੀਤ ਕਰਦਾ ਸੀ। ਤਾਂ ਆਪਾਂ ਨੇ ਇਹਦੀ ਵਿਆਖਿਆ ਵੀ ਕਰ ਲਈ ਈਡੀ ਦੀ। ਤਾਂ ਆਪਣੇ ਕੋਲ ਇਹ 3 ਤਾਂ ਹੋ ਗਏ ਤੇ ਅੱਗੇ ਆਪਣੇ ਕੋਲ ਆ ਗਿਆ ਸੱਸਾ ਜਗ ਚੌਥਾ। ਤਾਂ ਆਪਾਂ ਇਹਨੂੰ ਕਰਨੇ ਇਸ ਵਿੱਚ ਮਰ ਕੇ ਵੀ ਸਭ ਭੁੱਖ ਮਰਦੇ ਹਨ, ਹੋਕੇ ਦਿਨ ਰਾਤ ਭਰਨ ਪਰ ਪੇਟ ਨਾ ਭਰਦੇ ਹਨ। ਕਿਰਤੀ ਦੀ ਛਾਤੀ ਤੇ ਇਹ ਮੂੰਗ ਪਾਈ ਦਲਦੀ ਹੈ, ਰਤ ਪੀ ਲੀਸਿਆਂ ਦੀ ਇਹਦੀ ਗੋਗੜ ਪਲਦੀ ਹੈ। ਬਿਜਲੀ ਦੇ ਲਾਟੂ ਜੋ ਇਸਦੇ ਘਰ ਜਗਦੇ ਹਨ, ਉਹ ਨੈਣ ਗਰੀਬਾਂ ਦੇ ਕੰਡੇ ਹੋਏ ਲੱਗਦੇ ਹਨ। ਖਲ ਲਾਹ ਲੋਕਾਂ ਦੀ ਇਹ ਸੂਟ ਸਿਵਾਉਂਦੀ ਹੈ, ਪੀਰ ਪੀਹੀ ਮਜ਼ਦੂਰਾਂ ਨੂੰ ਇਹ ਪਾਊਡਰ ਲਾਉਂਦੀ ਹੈ। ਆ ਕੇ ਇਸ ਚੰਦਰੀ ਨੇ ਹੋਣੀ ਵਰਤਾ ਦਿੱਤੀ, ਲਾਲੀ ਸਭ ਭਾਰਤ ਦੀ ਢੰਗ ਨਾਲ ਉਡਾ ਦਿੱਤੀ। ਤਾਂ ਆਪਾਂ ਇਹਦੀ ਪ੍ਰਸੰਗ ਕਰਨੇ ਆ। ਇਹ ਕਾਵਿ ਟੋਟਾ ਪੰਜਾਬੀ ਦੀ ਸਾਹਿਤ ਮਾਲਾ 9ਵੀਂ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਧੀਰ ਦੀ ਲਿਖੀ ਹੋਈ ਕਵਿਤਾ ਨਵੀਂ ਪੁਰਾਣੀ ਤਹਿਜੀਬ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਭਾਰਤੀਆਂ ਦੁਆਰਾ ਪੁਰਾਤਨ ਸੱਭਿਅਤਾ ਦੀ ਥਾਂ ਨਵੀਂ ਪੱਛਮੀ ਸੱਭਿਅਤਾ ਨੂੰ ਅਪਣਾਉਣ ਦੇ ਵਿਅੰਗ ਕੱਸਦਿਆਂ ਆਪਣੇ ਦੁੱਖ ਨੂੰ ਪ੍ਰਗਟਾਇਆ ਹੈ। ਇਹਨਾਂ ਸਤਰਾਂ ਵਿੱਚ ਕਵੀ ਲਿਖਦਾ ਹੈ ਕਿ ਇਸ ਨਵੀਂ ਸੱਭਿਅਤਾ ਵਿੱਚ ਸਰਮਾਏਦਾਰ ਗਰੀਬਾਂ ਦੀ ਕਿਰਤ ਨੂੰ ਲੁੱਟ ਕੇ ਖਾ ਰਹੇ ਹਨ। ਤਾਂ ਆਪਾਂ ਨੇ ਇਹ ਪ੍ਰਸੰਗ ਅੱਗੇ ਆ ਗਈ ਆਪਣੇ ਕੋਲ ਵਿਆਖਿਆ ਕਰਨੇ ਆਪਾਂ। ਕਵੀ ਲਿਖਦਾ ਹੈ ਕਿ ਇਸ ਨਵੀਂ ਪੱਛਮੀ ਸੱਭਿਅਤਾ ਵਿੱਚ ਭਾਵੇਂ ਪਰਿਵਾਰ ਦਾ ਹਰ ਮੈਂਬਰ ਸਾਰਾ ਦਿਨ ਸਖਤ ਮਿਹਨਤ ਕਰਦਾ ਹੈ, ਪਰ ਫਿਰ ਵੀ ਮਹਿੰਗਾਈ ਵਧਣ ਕਾਰਨ ਰੋਟੀ ਟੁੱਕ ਦਾ ਗੁਜ਼ਾਰਾ ਨਹੀਂ ਚੱਲਦਾ। ਆਰਥਿਕ ਤੰਗੀ ਕਾਰਨ ਗਰੀਬ ਰਾਤ ਦਿਨ ਹੋਕੇ ਤਾਂ ਭਰਦਾ ਹਨ, ਪਰ ਉਸ ਦਾ 2 ਵਕਤ ਪੇਟ ਨਹੀਂ ਭਰ ਰਿਹਾ। ਇਸ ਨਵੀਂ ਪੱਛਮੀ ਸੱਭਿਅਤਾ ਵਿੱਚ ਗਰੀਬ ਆਦਮੀ ਪਿਸ ਰਿਹਾ ਹੈ, ਪਰ ਸਰਮਾਏਦਾਰ ਵਰਗ ਕਿਰਤੀਆਂ ਦੀ ਮਿਹਨਤ ਨੂੰ ਲੁੱਟ ਕੇ ਆਪਣੀ ਗੋਗੜ ਹੋਰ ਵੱਡੀ ਕਰ ਰਿਹਾ ਹੈ। ਇਹਨਾਂ ਅਮੀਰਾਂ ਦੇ ਘਰਾਂ ਵਿੱਚ ਇਹ ਬਿਜਲੀ ਦੇ ਜੋ ਬਲਬ ਜਗਦੇ ਹਨ, ਇਹ ਇੰਝ ਜਾਪਦੇ ਹਨ ਜਿਵੇਂ ਕਿਸੇ ਗਰੀਬ ਦੀਆਂ ਅੱਖਾਂ ਕੱਢੀਆਂ ਹੋਣ। ਇਸ ਸੱਭਿਅਤਾ ਵਿੱਚ ਸਰਮਾਏਦਾਰ ਕਿਰਤੀ ਲੋਕਾਂ ਦੀ ਖੂਬ ਲੁੱਟ ਕਰਕੇ ਆਪਣੇ ਲਈ ਮਹਿੰਗੇ ਕੱਪੜੇ ਖਰੀਦ ਰਹੇ ਹੈ ਅਤੇ ਕਿਰਤੀਆਂ ਦੀਆਂ ਹੱਡੀਆਂ ਨੂੰ ਪੀਹ ਕੇ ਆਪਣੇ ਲਈ ਪਾਊਡਰ ਤਿਆਰ ਕਰਦਾ ਹੈ। ਭਾਵ ਕਿਰਤ ਦੀ ਲੁੱਟ ਨਾਲ ਅਮੀਰ ਵਰਗ ਐਸ਼ ਆਰਾਮ ਦੀ ਜ਼ਿੰਦਗੀ ਜਿਉਂਦਾ ਹੈ। ਇਹ ਭੈੜੀ ਪੱਛਮੀ ਸੱਭਿਅਤਾ ਨੇ ਆ ਕੇ ਅਜਿਹੀ ਹੋਣੀ ਵਰਤਾ ਦਿੱਤੀ ਹੈ ਕਿ ਭਾਰਤ ਦੇ ਚਿਹਰੇ ਉੱਪਰ ਜਿਹੜੀ ਆਪਣੀ ਅਮੀਰ ਪੁਰਾਣੀ ਸੱਭਿਅਤਾ ਦੀ ਲਾਲੀ ਸੀ, ਉਹ ਸਾਰੀ ਆਪਣੀਆਂ ਚਾਲਾਂ ਨਾਲ ਉਡਾ ਦਿੱਤੀ। ਤਾਂ ਦੇਖੋ ਆਪਾਂ ਨੇ 4 ਦੀ ਆਪਾਂ ਨੇ ਪ੍ਰਸੰਗ ਸਹਿਤ ਵਿਆਖਿਆ ਕਰ ਦਿੱਤੀ ਹੈ। ਤਾਂ ਅੱਗੇ ਆਪਣੇ ਕੋਲ ਆ ਗਿਆ 5ਵਾਂ ਜੋ ਕਿ ਆਹਾ। ਤੇ ਇੱਕ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਜੇ ਵੀਡੀਓ ਵਧੀਆ ਲੱਗੇ ਤਾਂ ਇਸਨੂੰ ਲਾਈਕ ਜ਼ਰੂਰ ਕਰਿਓ। ਤਾਂ ਆਪਾਂ ਕਰਨੇ ਆ ਫਿਰ 5ਵਾਂ। ਪਿਛਲੇ ਵਰਿਆਮਾਂ ਦੇ ਹੁਣ ਨਾਵੇਂ ਰਹਿ ਗਏ ਹਨ, ਅੱਜ ਕੱਲ੍ਹ ਦੇ ਗੱਭਰੂ ਤਾਂ ਪਰਛਾਵੇਂ ਰਹਿ ਗਏ ਹਨ। ਪਹਿਲੀ ਦੀ ਵਾਟ ਕਰਨ ਤਾਂ ਕੋਠੀ ਹਲਦੀ ਹੈ, ਮੂੰਗੀ ਦੀ ਦਾਲ ਪਾਈ ਨਾ
ਢਿੱਡ ਵਿੱਚ ਗਲਦੀ ਹੈ। ਇਹ ਬਿਜਲੀ ਕੜਕ ਪਈ ਭਾਰਤ ਦੇ ਵੇਸਾਂ ਤੇ, ਇਸ ਕੈਂਚੀ ਧਰ ਦਿੱਤੀ ਕੋੜੀਆਂ ਦੀਆਂ ਕੇਸਾਂ ਤੇ। ਕੀ ਹੈ ਤਜੀਬ ਨਵੀਂ ਟੀਕਾ ਬਦਨਾਮੀ ਦਾ, ਹਿੰਦ ਦੇ ਗਲ ਲਟਕ ਰਿਹਾ ਇੱਕ ਤੋਕ ਗੁਲਾਮੀ ਦਾ। ਤਾਂ ਹੁਣ ਆਪਾਂ ਪੰਜਵੀਂ ਦੀ ਪ੍ਰਸੰਗ ਕਰਨੇ ਆ। ਇਹ ਕਾਟੋਟਾ ਨੌਵੀਂ ਸਾਹਿਤਮਾਲਾ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਧੀਰ ਦੀ ਲਿਖੀ ਹੋਈ ਕਵਿਤਾ ਨਵੀਂ ਪੁਰਾਣੀ ਤਹਿਜੀਬ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਭਾਰਤੀਆਂ ਦੁਆਰਾ ਪੁਰਾਤਨ ਸੱਭਿਅਤਾ ਦੀ ਥਾਂ ਨਵੀਂ ਪੱਛਮੀ ਸੱਭਿਅਤਾ ਨੂੰ ਅਪਣਾਉਣ ਤੇ ਵਿਅੰਗ ਕੱਸਦਿਆਂ ਆਪਣੇ ਦੁੱਖ ਨੂੰ ਪ੍ਰਗਟਾਇਆ ਹੈ। ਇਹਨਾਂ ਸਤਰਾਂ ਵਿੱਚ ਕਵੀ ਲਿਖਦਾ ਕਿ ਅਜੋਕੇ ਸਮੇਂ ਸਾਡੇ ਗੱਭਰੂ ਪਰਛਾਵਿਆਂ ਵਰਗੇ ਬਲਹੀਨ ਬਣ ਗਏ ਹਨ। ਵਿਆਖਿਆ ਕਵੀ ਕਹਿੰਦਾ ਹੈ ਕਿ ਪੁਰਾਤਨ ਸੱਭਿਅਤਾ ਵਿੱਚ ਬਹਾਦਰ ਸੂਰਮੇ ਗੱਭਰੂਆਂ ਦੇ ਨਾਂ ਸੁਣਨ ਲਈ ਮਿਲਦੇ ਹਨ, ਪਰ ਅੱਜ ਕੱਲ੍ਹ ਦੇ ਗੱਭਰੂ ਤਾਂ ਸਿਰਫ ਪਰਛਾਵਿਆਂ ਵਰਗੇ ਹੀ ਦਿਖਾਈ ਦਿੰਦੇ ਹਨ। ਅਜੋਕੇ ਗੱਭਰੂ ਤਾਂ 4 ਕਦਮ ਤੁਰਨ ਯੋਗ ਵੀ ਨਹੀਂ ਰਹੇ। ਜੇਕਰ ਉਹਨਾਂ ਨੂੰ ਖੇਤ ਜਾਂ ਕੁਝ ਪੈਂਡਾ ਤੁਰਨਾ ਪੈ ਜਾਵੇ ਤਾਂ ਦਿਲ ਦੀ ਧੜਕਣ ਵੱਧ ਜਾਂਦੀ ਹੈ। ਇਹ ਅੰਦਰੋਂ ਵੀ ਇੰਨੇ ਕਮਜ਼ੋਰ ਹੋ ਗਏ ਕਿ ਮੂੰਗੀ ਦੀ ਦਾਲ ਵੀ ਨਹੀਂ ਪਚਾ ਸਕਦੇ। ਅਜੋਕੀ ਸੱਭਿਅਤਾ ਨੇ ਭਾਰਤ ਦੇ ਪੁਰਾਣੇ ਪਹਿਰਾਵੇ ਨੂੰ ਵੀ ਅਲੋਪ ਕਰ ਦਿੱਤਾ। ਇੰਝ ਲੱਗਦਾ ਜਿਵੇਂ ਸਾਡੇ ਲਿਬਾਸ ਉੱਪਰ ਕੋਈ ਬਿਜਲੀ ਟੁੱਟ ਪਈ ਹੋਵੇ। ਅੱਜ ਕੱਲ੍ਹ ਤਾਂ ਕੁੜੀਆਂ ਨੇ ਵੀ ਆਪਣੇ ਵਾਲ ਕਟਵਾ ਕੇ ਪੱਛਮੀ ਸੱਭਿਅਤਾ ਨੂੰ ਪੂਰੀ ਤਰ੍ਹਾਂ ਧਾਰਨ ਕਰ ਲਿਆ। ਕਵੀ ਲਿਖਦਾ, ਇਹ ਨਵੀਂ ਸੱਭਿਅਤਾ ਨਹੀਂ ਸਗੋਂ ਭਾਰਤ ਦੇ ਮੱਥੇ ਉੱਪਰ ਲੱਗਾ ਹੋਇਆ ਬਦਨਾਮੀ ਦਾ ਟੀਕਾ ਹੈ, ਕਿਉਂਕਿ ਇਸ ਤੋਂ ਪਤਾ ਲੱਗਦਾ ਰਹਿੰਦਾ ਕਿ ਭਾਰਤ ਕਿਸੇ ਸਮੇਂ ਪੱਛਮ ਦਾ ਗੁਲਾਮ ਰਿਹਾ ਹੈ। ਤਾਂ ਆਪਾਂ ਨੇ ਹਾਹਾ ਦੇ ਪ੍ਰਸੰਗ ਵੀ ਕਰ ਲਏ ਤੇ ਵਿਆਖਿਆ ਵੀ ਕਰ ਲਈ। ਤਾਂ ਸਾਰਿਆਂ ਦੀ ਪ੍ਰਸੰਗ ਸਿਹਤ ਵਿਆਖਿਆ ਆਪਣੀ ਹੋ ਗਈ। ਊੜੇ ਦੀ, ਐੜੇ ਦੀ ਤੇ ਈੜੀ ਸੱਸਾ ਹਾ 5 ਦੀ ਹੋ ਗਈ। ਤਾਂ ਅੱਗੇ ਆਪਣੇ ਕੋਲ ਆ ਗਿਆ ਨਵੀਂ ਪੁਰਾਣੀ ਤਹਿਜ਼ੀਬ ਦਾ ਕੇਂਦਰੀ ਪ੍ਰਭਾਵ। ਆਪਾਂ ਇਹਨੂੰ ਤੁਹਾਨੂੰ ਰਿਵੀਜ਼ਨ ਇਹਦੀ ਕਰਾ ਦਿੰਦੇ ਹਾਂ। ਭਾਰਤ ਦੀ ਪੁਰਾਣੀ ਸੱਭਿਅਤਾ ਪਵਿੱਤਰ, ਪ੍ਰੇਮ, ਪਿਆਰ, ਸਾਊਪਣ, ਸੁਰਮਤਾਈ ਅਤੇ ਸਾਦਗੀ ਭਰਪੂਰ ਸੀ। ਪੱਛਮੀ ਸੱਭਿਅਤਾ ਲੜਾਈ ਝਗੜੇ, ਵੈਰ ਵਿਰੋਧ, ਕਿਰਤੀਆਂ ਦੀ ਲੁੱਟ, ਭੁੱਖ ਨੰਗ, ਕਮਜ਼ੋਰ ਸਰੀਰਾਂ ਵਾਲੇ ਗੱਭਰੂਆਂ ਅਤੇ ਫੈਸ਼ਨਾਂ ਨਾਲ ਭਰਪੂਰ ਹੈ। ਇਸ ਕਰਕੇ ਇਸ ਨੂੰ ਭਾਰਤ ਦੇ ਮੱਥੇ ਉੱਤੇ ਲੱਗਾ ਕਲੰਕ ਸਮਝਣਾ ਚਾਹੀਦਾ ਹੈ। ਇਹਦੇ ਵਿੱਚ ਸਾਰੀ ਕਵਿਤਾ ਵਿੱਚ ਇਹੀ ਦੱਸਿਆ ਗਿਆ ਕਿ ਨਵੀਂ ਤਹਿਜ਼ੀਬ ਕਿਵੇਂ ਦੀ ਬਈ ਉਹ ਵਧੀਆ ਸੀ ਤੇ ਜਿਹੜੀ ਹੁਣ ਆ ਗਈ ਉਹ ਕਿਵੇਂ ਦੀ ਹੈ। ਤੁਹਾਨੂੰ ਮੈਂ ਦੀ ਰਿਵੀਜ਼ਨ ਕਰਾ ਦਿੱਤੀ, ਤੁਹਾਨੂੰ ਸਮਝ ਆ ਹੀ ਗਿਆ ਹੋਏਗਾ। ਤਾਂ ਇਸ ਨੂੰ ਤੁਸੀਂ ਧਿਆਨ ਨਾਲ ਦੇਖ ਲਓ। ਅੱਗੇ ਆਪਣੇ ਕੋਲ ਆ ਗਈ ਦੂਜੀ ਕਵਿਤਾ, ਨੌਜਵਾਨ ਹਿੰਦੀ ਨੂੰ। ਤੁਹਾਨੂੰ ਇਹ ਕਵਿਤਾ ਵੀ ਚਲੋ ਕਰਾ ਦਿੰਦੇ ਹਾਂ। ਨਾਮ ਇਹਦਾ ਹੈ ਨੌਜਵਾਨ ਹਿੰਦੀ ਨੂੰ। ਇਹਦੀ ਵੀ ਆਪਾਂ ਨੇ ਪ੍ਰਸ਼ੰਸਾ ਤੇ ਵਿਆਖਿਆ ਹੀ ਕਰਨੀ ਹੈ। ਤੇ ਪਰਵਾਨਾ ਬਣ ਕੇ ਦੱਸ ਤੂੰ ਹਿੰਦੁਸਤਾਨ ਦਾ, ਡੰਕ ਵਜਾ ਦੇ ਸ਼ੇਰਾਂ ਤੋਂ ਭਾਰਤ ਦੀ ਸ਼ਾਨ ਦਾ।
ਭਾਰਤ ਲਈ ਸ਼ਹੀਦ ਜੇ ਲੜਦਾ ਵੀ ਹੋਂਗਿਓ ਤਾਰਾ ਬਣੇਗਾ ਜਗਤ ਤੇ ਫਿਰ ਅਸਮਾਨ ਦਾ। ਕਿਉਂਕਿ ਤਾਰਾ ਬਣੇਗਾ ਜਗਤ ਦਾ ਤੇ ਫਿਰ ਅਸਮਾਨ ਦਾ। ਪਹਿਲਾਂ ਜਗਤ ਤੇ ਫਿਰ ਅਸਮਾਨ ਦਾ। ਤਾਂ ਆਪਾਂ ਇਹਦੀ ਤੁਹਾਨੂੰ ਪ੍ਰਸੰਗ ਕਰਾ ਦਿੰਦੇ ਹਾਂ ਤੇ ਬਾਅਦ 'ਚ ਆਪਾਂ ਕਰਾਂਗੇ ਇਹਦੀ ਵਿਆਖਿਆ। ਚਲੋ ਆਪਾਂ ਕਰਦੇ ਹਾਂ ਪ੍ਰਸੰਗ। ਇਹ ਕਾਵਿ ਟੋਟਾ ਪੰਜਾਬੀ ਦੀ ਸਾਹਿਤ ਮਾਲਾ 9 ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਧੀਰ ਦੀ ਲਿਖੀ ਹੋਈ ਕਵਿਤਾ ਨੌਜਵਾਨ ਹਿੰਦੀ ਨੂੰ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਦੇਸ਼ ਦੀ ਆਜ਼ਾਦੀ ਦੀ ਰਖਵਾਲੀ ਕਰਨ ਅਤੇ ਦੇਸ਼ ਨੂੰ ਖੁਸ਼ਹਾਲ ਬਣਾਉਣ ਲਈ ਜਾਨ ਦੀ ਬਾਜੀ ਲਾਉਣ ਦਾ ਉਤਸ਼ਾਹਿਤ ਕਰਦਾ ਹੈ। ਵਿਆਖਿਆ। ਕਵੀ ਭਾਰਤ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਾ ਲਿਖਦਾ ਹੈ ਕਿ ਉਹਨਾਂ ਨੂੰ ਹਿੰਦੁਸਤਾਨ ਲਈ ਜਾਨ ਕੁਰਬਾਨ ਕਰਨ ਵਾਲਾ ਪਤੰਗਾ ਬਣਨਾ ਚਾਹੀਦਾ ਹੈ ਅਤੇ ਆਪਣੇ ਦੇਸ਼ ਦੀ ਸ਼ਾਨ ਪੂਰੀ ਦੁਨੀਆ ਵਿੱਚ ਪ੍ਰਸਿੱਧ ਕਰ ਦੇਣੀ ਚਾਹੀਦੀ ਹੈ। ਜੇਕਰ ਉਹ ਭਾਰਤ ਦੀ ਸ਼ਾਨ ਤੇ ਆਜ਼ਾਦੀ ਲਈ ਲੜਦਾ ਹੋਇਆ ਸ਼ਹੀਦ ਵੀ ਹੋ ਜਾਂਦਾ ਹੈ ਤਾਂ ਉਹ ਪੂਰੇ ਜਗਤ ਵਿੱਚ ਅਸਮਾਨ ਦਾ ਤਾਰਾ ਬਣ ਕੇ ਚਮਕੇ। ਭਾਵ ਉਸਦੀ ਕੁਰਬਾਨੀ ਨੂੰ ਦੁਨੀਆ ਹਮੇਸ਼ਾ ਯਾਦ ਕਰੇਗੀ। ਤਾਂ ਤੁਹਾਨੂੰ ਨੌਜਵਾਨ ਹਿੰਦੀ ਨੂੰ ਦਾ ਊੜਾ ਕਰਾਤਾ। ਪਹਿਲਾਂ ਦੀ ਪ੍ਰਸੰਗ ਵੀ ਕਰਾ ਦਿੱਤੇ, ਵਿਆਖਿਆ ਵੀ। ਅੱਗੇ ਆਪਣੇ ਕੋਲ ਆ ਗਿਆ ਐੜਾ। ਤਾਂ ਮੈਂ ਇਹਨੂੰ ਤੁਹਾਨੂੰ ਰਿਵੀਜ਼ਨ ਕਰਾ ਦੇਣਾ। ਉਹ ਨੌਜਵਾਨਾਂ ਅੱਖ ਹੈ ਤੇਰੇ ਤੇ ਦੇਸ਼ ਦੀ, ਰਾਖਾ ਹੈ ਦੇਸ਼ ਦਾ ਤੇ ਕੌਮੀ ਨਿਸ਼ਾਨ ਦਾ। ਸੂਰਾ ਹੈ ਤੇਰੇ ਜਗ ਨੂੰ ਪਤਾ ਬਹਾਦਰੀ, ਪੂਰਾ ਹੈ ਤੂੰ ਜ਼ੁਬਾਨ ਦਾ ਤੇ ਅਣਖ ਆਨ ਦਾ। ਜੋ ਦੇਸ਼ ਤੇਰੇ ਵੱਲ ਲਾਲਚੀ ਹੋ ਮੂੰਹ ਕਰੇ, ਮੂੰਹ ਫੇਰ ਦੇ ਤੂੰ ਅਣਖੀਆ ਐਸੇ ਸ਼ੈਤਾਨ ਦਾ। ਤਾਂ ਕਰਨਾ ਪੈਂਦੀ ਪ੍ਰਸੰਗ ਸਹਿਤ ਵਿਆਖਿਆ। ਪ੍ਰਸੰਗ ਤੁਹਾਨੂੰ ਕਰਦਾ ਦਿੰਦੇ ਹਾਂ। ਇਹ ਕਾਵਿ ਟੋਟਾ ਪੰਜਾਬੀ ਦੇ ਸਾਹਿਤ ਮਾਲਾ 9 ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਧੀਰ ਦੀ ਲਿਖੀ ਹੋਈ ਕਵਿਤਾ ਨੌਜਵਾਨ ਹਿੰਦੀ ਨੂੰ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਦੇਸ਼ ਦੀ ਆਜ਼ਾਦੀ ਦੀ ਰਖਵਾਲੀ ਕਰਨ ਅਤੇ ਦੇਸ਼ ਨੂੰ ਖੁਸ਼ਹਾਲ ਬਣਾਉਣ ਲਈ ਜਾਨ ਦੀ ਬਾਜੀ ਲਾਉਣ ਲਈ ਉਤਸ਼ਾਹਿਤ ਕਰਦਾ ਹੈ। ਤਾਂ ਅੱਗੇ ਪ੍ਰਸੰਗ ਤੁਹਾਨੂੰ ਕਰਾਤੀ। ਅੱਗੇ ਆ ਗਈ ਆਪਣੇ ਕੋਲ ਇਹਦੀ ਵਿਆਖਿਆ। ਕਵੀ ਭਾਰਤ ਦੇ ਨੌਜਵਾਨ ਨੂੰ ਸੰਬੋਧਨ ਕਰਦਾ ਆਖਦਾ ਹੈ ਕਿ ਉਸ ਉੱਤੇ ਸਾਰੇ ਦੇਸ਼ ਦੀ ਹੀ ਨਜ਼ਰ ਟਿਕੀ ਹੋਈ ਹੈ। ਸਾਰਾ ਦੇਸ਼ ਰਖਵਾਲੀ ਲਈ ਉਸ ਵੱਲ ਦੇਖ ਰਿਹਾ ਹੈ। ਉਹ ਸਾਡੇ ਦੇਸ਼ ਅਤੇ ਸਾਡੀ ਕੌਮੀ ਝੰਡੇ ਦਾ ਰਖਵਾਲਾ ਹੀ ਪੂਰੀ ਦੁਨੀਆ ਜਾਣਦੀ ਹੈ ਕਿ ਉਹ ਬਹੁਤ ਬਹਾਦਰ ਹੈ। ਦੁਨੀਆ ਇਹ ਵੀ ਜਾਣਦੀ ਹੈ ਕਿ ਉਹ ਕਹਿਣੀ ਅਤੇ ਕਰਨੀ ਵਿੱਚ ਪੂਰਾ ਹੈ ਅਤੇ ਅਣਖ ਨੂੰ ਕਾਇਮ ਰੱਖਣ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਵਾਲਾ ਹੈ। ਭਾਰਤ ਦੇ ਅਣਖੀ ਨੌਜਵਾਨਾਂ ਨੂੰ ਸਾਡੇ ਦੇਸ਼ ਵੱਲ ਲਾਲਚ ਦੀ ਨਜ਼ਰ ਨਾਲ ਦੇਖਣ ਵਾਲੇ ਸ਼ੈਤਾਨਾਂ ਦਾ ਮੂੰਹ ਮੋੜ ਕੇ ਰੱਖ ਦੇਣਾ ਚਾਹੀਦਾ ਹੈ। ਤਾਂ ਆਪਾਂ ਨੇ ਤੁਹਾਨੂੰ ਦੂਜੀ ਦੀ ਵੀ ਪ੍ਰਸੰਗ ਸਹਿਤ ਵਿਆਖਿਆ ਕਰਵਾਤੀ। ਅੱਗੇ ਆਪਣੇ ਕੋਲ ਆ ਗਿਆ ਤੀਜਾ ਈੜੀ। ਬਣਾ ਦੇ ਦੇਸ਼ ਆਪਣਾ ਸੁਰਗਾਪੁਰੀ ਜਿਹਾ, ਭਾਰਤ ਦਾਵੇ ਜਗ ਤੇ ਸੂਝ ਜਹਾਨ ਦਾ। ਹੈ ਕੌਣ ਜੋ ਲੋਹਾ ਲਏ ਤੇਰੇ ਆ ਸਾਹਮਣੇ, ਦੁਨੀਆ ਹੈ ਲੋਹਾ ਮੰਨਦੀ ਹਿੰਦੀ ਜਵਾਨ ਦਾ। ਹਿੰਦੀ ਤੁਹਾਨੂੰ ਪ੍ਰਸੰਗ ਕਰਾਉਣੇ। ਇਹ ਕਾਵਿ ਟੋਟਾ
ਪੰਜਾਬੀ ਦੀ ਸਾਹਿਤਮਾਲਾ ਨੂੰ ਪੁਸਤਕ ਵਿੱਚ ਦਰਜ ਵਿਧਾਤਾ ਸਿੰਘ ਧੀਰ ਦੀ ਲਿਖੀ ਹੋਈ ਕਵਿਤਾ ਨੌਜਵਾਨ ਹਿੰਦੀ ਨੂੰ ਵਿੱਚ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਦੇਸ਼ ਦੀ ਆਜ਼ਾਦੀ ਦੀ ਰਖਵਾਲੀ ਕਰਨ ਅਤੇ ਦੇਸ਼ਾਂ ਨੂੰ ਖੁਸ਼ਹਾਲ ਬਣਾਉਣ ਲਈ ਜਾਨ ਦੀ ਬਾਜੀ ਲਾਉਣ ਲਈ ਉਤਸ਼ਾਹਿਤ ਕਰਦਾ ਹੈ। ਪ੍ਰਸੰਗ ਤਾਂ ਲਗਭਗ ਇੱਕ ਤਰ੍ਹਾਂ ਦੀ ਹੁੰਦੀ ਹੈ ਅਤੇ ਵਿਆਖਿਆ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਤੁਹਾਨੂੰ ਇਹ ਪੇਪਰਾਂ 'ਚ ਲਗਭਗ 3 ਨੰਬਰਾਂ ਜਾਂ ਇਹ ਤੋਂ ਵੱਧ ਦੀ ਆਉਂਦੀ ਹੈ। 1.5 ਨੰਬਰ ਦੀ ਪ੍ਰਸੰਗ ਅਤੇ 1.5 ਦੀ ਵਿਆਖਿਆ। ਇਹ ਤੋਂ ਵੱਧ ਵੀ ਹੋ ਸਕਦੀ ਹੈ, ਜਿਵੇਂ ਕਿ 2 ਦੀ ਪ੍ਰਸੰਗ ਅਤੇ 3 ਦੀ ਵਿਆਖਿਆ ਹੋ ਸਕਦਾ। ਚਲੋ ਤੁਹਾਨੂੰ ਇਹਦੀ ਵਿਆਖਿਆ ਕਰਾਉਂਦੇ ਹਾਂ। ਕਵੀ ਭਾਰਤ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਆਖਦਾ ਹੈ ਕਿ ਤੈਨੂੰ ਆਪਣੀ ਮਿਹਨਤ ਨਾਲ ਆਪਣੇ ਦੇਸ਼ ਨੂੰ ਸਵਰਗ ਜਿਹੇ ਸੁੱਖਾਂ ਨਾਲ ਭਰਪੂਰ ਦੇਣਾ ਚਾਹੀਦਾ ਹੈ। ਇਸ ਨਾਲ ਭਾਰਤ ਸਾਰੀ ਦੁਨੀਆ ਵਿੱਚ ਸੂਰਜ ਵਾਂਗ ਵੱਖਰਾ ਦਿਖਾਈ ਦੇਵੇਗਾ। ਕਿਸੇ ਵਿੱਚ ਵੀ ਅਜਿਹੀ ਹਿੰਮਤ ਨਹੀਂ ਕਿ ਤੇਰੇ ਨਾਲ ਟੱਕਰ ਲੈ ਸਕੇ। ਸਾਰੀ ਦੁਨੀਆ ਹੀ ਤੇਰੀ ਅਜੀਤ ਤਾਕਤ ਨੂੰ ਜਾਣਦੀ ਹੈ। ਭਾਰਤ ਦੇ ਨੌਜਵਾਨ ਦਾ ਦੁਨੀਆ ਵਿੱਚ ਕੋਈ ਮੁਕਾਬਲਾ ਨਹੀਂ ਕਰ ਸਕਦਾ। ਤੁਹਾਨੂੰ ਦੋਨੇ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਤੀ ਹੈ। ਤਾਂ ਅੱਗੇ ਦੂਜੀ ਆਪਾਂ ਜਿਹੜੀ ਕਵਿਤਾ ਕਰਾਈ ਹੈ ਤੁਹਾਨੂੰ ਨੌਜਵਾਨ ਹਿੰਦੀ ਨੂੰ ਉਹਦਾ ਕੇਂਦਰੀ ਭਾਵ ਆ ਗਿਆ। ਕੇਂਦਰੀ ਭਾਵ ਕਰਾ ਦਿੰਦੇ ਹਾਂ। ਭਾਰਤੀ ਨੌਜਵਾਨ ਨੂੰ ਦੇਸ਼ ਦੀ ਆਨ ਸ਼ਾਨ ਆਜ਼ਾਦੀ ਦੀ ਰਖਵਾਲੀ ਅਤੇ ਖੁਸ਼ਹਾਲੀ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹ ਆਪਣੇ ਦੇਸ਼ ਅਤੇ ਕੌਮੀ ਝੰਡੇ ਦਾ ਰਖਵਾਲਾ ਹੈ। ਉਸ ਨੂੰ ਆਪਣੀ ਮਿਹਨਤ ਨਾਲ ਦੇਸ਼ ਨੂੰ ਸਵਰਗ ਜਿਹੇ ਸੁੱਖਾਂ ਨਾਲ ਭਰਪੂਰ ਕਰ ਦੇਣਾ ਚਾਹੀਦਾ। ਇਹੀ ਦੱਸਿਆ ਗਿਆ ਕਿ ਬਈ ਭਾਰਤ ਦੇ ਨੌਜਵਾਨ ਨੂੰ ਆਪਣੇ ਦੇਸ਼ ਦੀ ਆਨ ਸ਼ਾਨ ਲਈ ਹਮੇਸ਼ਾ ਕੁਰਬਾਨੀ ਲਈ ਤਿਆਰ ਰਹਿਣਾ ਚਾਹੀਦਾ ਹੈ। ਠੀਕ ਹੈ, ਤਾਂ ਤੁਹਾਨੂੰ ਦੋਵੇਂ ਕਵਿਤਾਵਾਂ ਦੇ ਪ੍ਰਸੰਗ ਸਹਿਤ ਵਿਆਖਿਆ ਅਤੇ ਕੇਂਦਰੀ ਭਾਵ ਕਰਾਤੇ। ਪਹਿਲੀ ਕਵਿਤਾ ਆਪਣੇ ਕੋਲ ਸੀ ਨਵੀਂ ਪੁਰਾਣੀ ਤਹਿਜ਼ੀਬ ਅਤੇ ਦੂਜੀ ਨੌਜਵਾਨ ਹਿੰਦੀ ਨੂੰ। 2 ਕਵਿਤਾ ਆਪਣੇ ਕੋਲ ਹੋ ਗਈ ਅਤੇ ਅੱਗੇ ਆਪਣੇ ਕੋਲ ਆ ਗਏ ਇਹ ਵਸਤੂਨਿਸ਼ਟ ਪ੍ਰਸ਼ਨ। 10 ਪ੍ਰਸ਼ਨ ਨੇ। ਚਲੋ ਤੁਹਾਨੂੰ ਇਹ ਵੀ ਕਰਾਈ ਦਿੰਦੇ ਹਾਂ। ਵਸਤੂਨਿਸ਼ਟ ਪ੍ਰਸ਼ਨ। ਪਹਿਲਾ ਆਪਣੇ ਕੋਲ ਵਿਧਾਤਾ ਸਿੰਘ ਦੀ ਕਿਸੇ ਇੱਕ ਕਵਿਤਾ ਦਾ ਨਾਂ ਲਿਖੋ। ਆਪਾਂ ਨੇ ਚੌਪਾ ਤਾਂ ਆਪਾਂ ਨੇ ਪਹਿਲੀ ਕਵਿਤਾ ਲਿਖ ਦੇਣੀ ਹੈ ਜਾਂ ਫਿਰ ਦੂਜੀ ਨਵੀਂ ਪੁਰਾਣੀ ਤਹਿਜ਼ੀਬ ਜਾਂ ਨੌਜਵਾਨ ਹਿੰਦੀ ਨੂੰ। ਠੀਕ ਹੈ, ਇੱਕ ਲਿਖ ਦਿਓ। ਚਲੋ ਇਹਨਾਂ 'ਚੋਂ ਦੂਜਾ ਪ੍ਰਸ਼ਨ ਆ ਗਿਆ ਆਪਣੇ ਕੋਲ ਕਵੀ ਅਨੁਸਾਰ ਅਸੀਂ ਆਪਣੀ ਤਹਿਜ਼ੀਬ ਗਵਾ ਕੇ ਅਸਲ ਵਿੱਚ ਕੀ ਗਵਾ ਲਿਆ ਹੈ? ਆਪਣੀ ਅਕਲ। ਤੀਜਾ ਪ੍ਰਸ਼ਨ ਆਪਣੇ ਕੋਲ ਆ ਗਿਆ ਕਵੀ ਅਨੁਸਾਰ ਅਸੀਂ ਕਪਲਾ ਗਊ ਨੂੰ ਕਿਸ ਚੀਜ਼ ਨਾਲ ਵਟਾ ਲਿਆ ਹੈ? ਖੇਤੀ ਨਾਲ। ਪ੍ਰਸ਼ਨ 4 ਆ ਗਿਆ ਆਪਣੇ ਕੋਲ ਕਵੀ ਪੱਛਮੀ ਤਹਿਜ਼ੀਬ ਨੂੰ ਕੀ ਕਰਾਰ ਦਿੰਦਾ ਹੈ? ਉੱਤਰ ਆ ਗਿਆ ਆਪਣੇ ਕੋਲ ਚੌਥੇ ਦਾ ਪੱਛਮ ਦੀ ਝੂਠ। ਪ੍ਰਸ਼ਨ 5 ਕਿਹੜੀ ਤਹਿਜ਼ੀਬ ਕਿਰਤੀ ਦੀ ਛਾਤੀ ਤੇ ਮੂੰਹ ਦਲ ਕੇ ਆਪਣੀ ਗੋਗੜ ਪਾੜਦੀ ਹੈ? ਪੱਛਮੀ ਤਹਿਜ਼ੀਬ। 5 ਪ੍ਰਸ਼ਨ ਹੋ ਗਏ। ਅੱਗੇ ਆ ਗਿਆ ਆਪਣੇ ਕੋਲ 6ਵਾਂ ਪ੍ਰਸ਼ਨ। ਪੱਛਮੀ ਸਭਿਅਤਾ ਵਿੱਚ ਸਰਮਾਏਦਾਰ ਕਿਸ ਦੀ ਖੂਬ ਖੱਲ ਲਾਉਂਦਾ ਹੈ? ਕਿਰਤੀ ਦੀ। ਪ੍ਰਸ਼ਨ 7 ਕਵੀ ਨੂੰ ਅੱਜ ਕੱਲ੍ਹ ਦੇ ਗੱਭਰੂ ਕੀ ਜਾਪਦੇ ਹਨ? ਆਪਾਂ ਨੇ ਉੱਥੇ ਕਵਿਤਾ 'ਚ ਪੜ੍ਹਿਆ ਕਿ ਜਾਪਦੇ ਨੇ। ਉੱਤਰ 7ਵੇਂ ਦਾ ਆ ਗਿਆ ਆਪਣੇ ਕੋਲ ਪਰਛਾਵੇਂ। ਪ੍ਰਸ਼ਨ 8 ਸਰਮਾਏਦਾਰ ਆਪਣਾ ਪਾਊਡਰ ਕਿੱਥੋਂ ਤਿਆਰ ਕਰਦਾ ਹੈ? ਮਜ਼ਦੂਰਾਂ ਦੀ ਹੱਡੀਆਂ ਤੋਂ। ਆਪਾਂ ਤੁਹਾਨੂੰ ਰਿਵੀਜ਼ਨ ਕਰਾਈ ਸੀ ਉਹਨਾਂ 'ਚ ਉਹਦੇ 'ਚ ਹੀ ਪ੍ਰਸ਼ਨ ਪੁੱਛੇ ਗਏ ਨੇ। ਮਜ਼ਦੂਰਾਂ ਦੀ ਹੱਡੀ ਤੋਂ 8 ਪ੍ਰਸ਼ਨ ਕਰ ਲਏ। 3 ਅੱਗੇ ਆ ਗਿਆ 9ਵਾਂ ਪ੍ਰਸ਼ਨ ਕਵੀ ਕਿਸ ਨੂੰ ਗੁਲਾਮੀ ਦਾ ਤੋਗ ਕਰਾਰ ਦਿੰਦਾ ਹੈ? ਪੱਛਮੀ ਤਹਿਜ਼ੀਬ ਨੂੰ।
ਦਸਵਾਂ ਕਵੀ ਅਨੁਸਾਰ ਦੁਨੀਆ ਕਿਸ ਦਾ ਲੋਹਾ ਮੰਨਦੀ ਹੈ? ਨੌਜਵਾਨ ਹਿੰਦੀ ਦਾ। ਤਾਂ ਆਪਾਂ ਨੇ ਦੋਨੋਂ ਕਵਿਤਾ ਕਰ ਲਈ ਤੇ ਵਸਤੂਨਿਸ਼ਟ ਪ੍ਰਸ਼ਨ ਕਰ ਲਿਆ ਉਹਨਾਂ ਨੇ 10। ਜੇ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਆਪਣੇ ਚੈਨਲ ਦਾ ਨਾਮ ਹੈ ਜੋ ਕਿ JP ਅਪਡੇਟ। ਇਸ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਵੀ ਓਪਨ ਕਰ ਲੈਣਾ। ਇਸ ਦੇ ਨਾਲ ਤੁਹਾਨੂੰ ਜੋ ਕਿ ਅਸੀਂ ਕੋਈ ਵੀ ਵੀਡੀਓ ਜਾਂ ਕੁਛ ਹੋਰ ਤੁਹਾਨੂੰ ਦੱਸਣ ਤੁਹਾਡੇ ਕੋਲ ਪਹਿਲਾਂ ਵੀਡੀਓ ਆ ਜਾਵੇਗੀ। ਠੀਕ ਹੈ, ਤਾਂ ਲਾਈਕ ਜ਼ਰੂਰ ਕਰਨਾ। ਇੱਕ ਵਾਰ ਦੇਖ ਲਓ ਵੀਡੀਓ। ਇਹ ਦੇਖੋ, ਇਹ ਵਸਤੂਨਿਸ਼ਟ ਪ੍ਰਸ਼ਨ ਹੋ ਗਏ, ਇਹ ਕੇਂਦਰੀ ਭਾਵ ਤੇ ਇਹ ਪ੍ਰਸ਼ੰਸਾ ਤੇ ਵਿਆਖਿਆ ਨੂੰ ਦੋ ਕਵਿਤਾ ਦੀ ਨੌਜਵਾਨ ਹਿੰਦੀ ਨੂੰ ਤੇ ਕੇਂਦਰੀ ਭਾਵ ਜੋ ਕਿ ਪਹਿਲੀ ਕਵਿਤਾ ਦਾ, ਇਹ ਪ੍ਰਸ਼ੰਸਾ ਤੇ ਵਿਆਖਿਆ ਪਹਿਲੀ ਕਵਿਤਾ ਦੀ ਨਵੀਂ ਪੁਰਾਣੀ ਤੇ ਅਜੀਬ। ਤਾਂ ਆਪਾਂ ਨੇ ਤੁਹਾਨੂੰ ਦੋਨੇ ਕਵਿਤਾ ਕਰਾਤੀਆਂ, ਤਾਂ ਇਹਨੂੰ ਤੁਸੀਂ ਧਿਆਨ ਨਾਲ ਸਕਰੀਨਸ਼ਾਟ ਖਿੱਚ ਕੇ ਆਪਣੀ ਕਾਪੀ ਤੇ ਉਤਾਰ ਲੈਣਾ ਤੇ ਰਿਵੀਜ਼ਨ ਮੈਂ ਕਰਾਤੀ, ਇਹਨੂੰ ਧਿਆਨ ਨਾਲ ਤੁਸੀਂ ਸੁਣ ਲਿਆ ਹੋਗਾ। ਤਾਂ ਜੀ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਤਾਂ ਧੰਨਵਾਦ ਜੀ ਫਿਰ।